Hello students, my name is Amarnath. I am lecturer chemistry in Government Senior Secondary School, Zafarwal, Gurdaspur. Today my topic of discussion is IUPAC nomenclature of coordination compounds. Before starting IUPAC nomenclature of coordination compounds, we have to learn some important terms related to coordination compounds. What are coordination compounds? Coordination compounds ਕੀ ਹੁੰਦੇ ਹਨ? Coordination compounds are molecules that have one or multiple metal atoms as centers, that is bound to ligands, such as atoms, ions, or molecules that donate electrons to the metal. Coordination compound complex molecules ਹੁੰਦੇ ਹਨ ਜਿਨ੍ਹਾਂ ਵਿੱਚ ਇੱਕ ਸੈਂਟਰਲ ਮੈਟਲ ਐਟਮ ਆਇਨ ਹੋਵੇਗਾ ਜਿਸ ਦੇ ਦੁਆਲੇ ਕੁਝ ਐਟਮਸ ਆਇਨਸ ਔਰ ਮੋਲੀਕਿਊਲਸ ਸਰਾਊਂਡ ਹੋਣਗੇ ਜਿਨ੍ਹਾਂ ਨੂੰ ਅਸੀਂ ਲਿਗੈਂਡਸ ਕਹਾਂਗੇ। ਇਹ ਦੇਖੋ ਸੈਂਟਰ ਵਿੱਚ ਰੈੱਡ ਕਲਰ ਵਿੱਚ ਮੈਟਲ ਐਟਮ ਆਇਨ ਹੈ ਅਤੇ ਉਸ ਨੂੰ ਲਿਗੈਂਡ ਨੇ ਸਰਾਊਂਡ ਕੀਤਾ ਹੋਇਆ ਹੈ। ਕੋਆਰਡੀਨੇਸ਼ਨ ਕੰਪਾਊਂਡਸ ਆਰ ਮੇਨਲੀ ਫਾਊਂਡ ਬਾਏ ਡੀ ਬਲੌਕ ਐਲੀਮੈਂਟਸ। ਜ਼ਿਆਦਾਤਰ ਕੋਆਰਡੀਨੇਸ਼ਨ ਕੰਪਾਊਂਡ ਸਾਡੇ ਡੀ ਬਲੌਕ ਐਲੀਮੈਂਟਸ ਬਣਾਉਂਦੇ ਹਨ। ਡੀ ਬਲੌਕ ਜ਼ਿਆਦਾ ਕੋਆਰਡੀਨੇਸ਼ਨ ਕੰਪਾਊਂਡਸ ਕਿਉਂ ਬਣਾਉਂਦੇ ਹਨ? ਇਸ ਦਾ ਕਾਰਨ ਹੈ ਰਿਲੇਟਿਵਲੀ ਸਮਾਲ ਸਾਈਜ਼ ਆਫ ਦਾ ਮੈਟਲ ਆਇਨਸ, ਹਾਈ ਆਇਨਿਕ ਚਾਰਜਸ ਐਂਡ availability of vacant d orbitals for bond formation. Numerous coordination compounds are known till date. ਹੁਣ ਤੱਕ ਲੱਖਾਂ ਹੀ ਕੋਆਰਡੀਨੇਸ਼ਨ ਕੰਪਾਊਂਡਸ ਬਾਰੇ ਪਤਾ ਲੱਗ ਚੁੱਕਾ ਹੈ ਜਿਨ੍ਹਾਂ ਵਿੱਚੋਂ ਕੁਝ ਕੁਦਰਤੀ ਹਨ ਅਤੇ ਕੁਝ ਮੈਨ-ਮੇਡ। ਜੇਕਰ ਅਸੀਂ ਕੁਦਰਤੀ ਕੋਆਰਡੀਨੇਸ਼ਨ ਕੰਪਾਊਂਡ ਦੀ ਗੱਲ ਕਰੀਏ ਤਾਂ ਪਲਾਂਟ ਵਿੱਚ ਮੌਜੂਦ ਕਲੋਰੋਫਿਲ ਪਿਗਮੈਂਟ ਮੈਗਨੀਸ਼ੀਅਮ ਦਾ ਕੋਆਰਡੀਨੇਸ਼ਨ ਕੰਪਾਊਂਡ ਹੈ। ਇਸੇ ਤਰ੍ਹਾਂ ਹੀ ਬਲੱਡ ਵਿੱਚ ਮੌਜੂਦ ਹੀਮੋਗਲੋਬਿਨ ਆਇਰਨ ਦਾ ਇੱਕ ਕੋਆਰਡੀਨੇਸ਼ਨ ਕੰਪਾਊਂਡ ਹੈ। ਵਿਟਾਮਿਨ B12 ਕੋਬਾਲਟ ਦਾ ਇੱਕ ਕੋਆਰਡੀਨੇਸ਼ਨ ਕੰਪਾਊਂਡ ਹੈ। ਟਾਈਪਸ ਆਫ ਕੋਆਰਡੀਨੇਸ਼ਨ ਕੰਪਲੈਕਸਿਸ। ਕੋਆਰਡੀਨੇਸ਼ਨ ਕੰਪਲੈਕਸਿਸ ਆਰ ਆਫ ਟੂ ਟਾਈਪਸ, homolactic complexes and heterolactic complexes. Homolactic complexes ਕਿਹੜੇ ਹੁੰਦੇ ਹਨ? A complex in which a metal is bound to only one type of ligand atoms is known as homolactic complexes. For example, ਇਸ ਕੰਪਲੈਕਸ ਵਿੱਚ ਕੋਬਾਲਟ ਦੇ ਦੁਆਲੇ NH3 ਇੱਕ ਹੀ ਪ੍ਰਕਾਰ ਦੀਆਂ ਲਿਗੈਂਡ ਮੌਜੂਦ ਹਨ। ਇਸੇ ਤਰ੍ਹਾਂ ਹੀ ਇਸ ਕੰਪਲੈਕਸ ਵਿੱਚ Fe ਦੇ ਦੁਆਲੇ Cn ਇੱਕ ਹੀ ਪ੍ਰਕਾਰ ਦੀਆਂ ਲਿਗੈਂਡਸ ਮੌਜੂਦ ਹਨ। ਹੈਟਰੋਲੈਕਟਿਕ ਕੰਪਲੈਕਸਿਸ, a complex in which a metal is bound to more than one kind of ligand atoms is known as heterolactic complex. For example, ਇਸ ਕੰਪਲੈਕਸ ਵਿੱਚ ਕੋਬਾਲਟ ਦੇ ਦੁਆਲੇ NH3Cl ਤਿੰਨ ਪ੍ਰਕਾਰ ਦੀਆਂ ਲਿਗੈਂਡ ਮੌਜੂਦ ਹਨ ਅਤੇ ਇਸ ਕੰਪਲੈਕਸ ਵਿੱਚ ਕ੍ਰੋਮੀਅਮ ਦੇ ਦੁਆਲੇ CH3Cl ਦੋ ਪ੍ਰਕਾਰ ਦੀਆਂ ਲਿਗੈਂਡਸ ਮੌਜੂਦ ਹਨ, ਇਸ ਲਈ ਇਹ ਹੈਟਰੋਲੈਕਟਿਕ ਕੰਪਲੈਕਸ ਹੋਵੇਗਾ। If d orbital is fully filled, coordination compounds are colorless. ਜੇਕਰ ਸਾਡੇ ਕੋਆਰਡੀਨੇਸ਼ਨ ਕੰਪਾਊਂਡ ਵਿੱਚ ਸੈਂਟਰਲ ਮੈਟਲ ਐਟਮ ਦਾ d orbital fully filled ਹੋਵੇਗਾ ਤਾਂ ਸਾਡਾ ਕੋਆਰਡੀਨੇਸ਼ਨ ਕੰਪਲੈਕਸ ਕਲਰਲੈਸ ਹੋਵੇਗਾ। For example, ਮੈਗਨੀਸ਼ੀਅਮ, ਐਲੂਮੀਨੀਅਮ, ਕੈਲਸ਼ੀਅਮ, ਸਕੈਂਡੀਅਮ, ਜ਼ਿੰਕ, ਇਹਨਾਂ ਸਾਰਿਆਂ ਵਿੱਚ ਸੈਂਟਰ ਮੈਟਲ ਐਟਮ ਦਾ d orbital fully filled ਹੈ, ਇਸ ਲਈ ਇਹ ਕਲਰਲੈਸ ਹਨ। If d orbital is partially filled, coordination compounds are colored. ਜੇਕਰ ਸਾਡੇ ਕੋਆਰਡੀਨੇਸ਼ਨ ਕੰਪਾਊਂਡਸ ਵਿੱਚ ਮੌਜੂਦ ਸੈਂਟਰਲ ਮੈਟਲ ਐਟਮ ਜਾਂ ਆਇਨ ਦਾ d orbital partially filled ਹੋਵੇ ਤਾਂ ਕੋਆਰਡੀਨੇਸ਼ਨ ਕੰਪਾਊਂਡਸ ਕਲਰਡ ਹੋਣਗੇ। ਇਹ ਦੇਖੋ ਕ੍ਰੋਮੀਅਮ, ਆਇਰਨ, ਕੋਬਾਲਟ, ਨਿਕਲ, ਕਾਪਰ ਦੇ ਕੰਪਲੈਕਸ ਕਲਰਡ ਹਨ। ਕਾਜ਼ ਆਫ ਦਾ ਕਲਰ ਆਫ
ਕੋਆਰਡੀਨੇਸ਼ਨ ਕੰਪਾਊਂਡਸ ਇਜ਼ ਡੀ ਟ੍ਰਾਂਜੀਸ਼ਨਸ। ਇਹ ਡੀ ਟ੍ਰਾਂਜੀਸ਼ਨਸ ਕੀ ਹੁੰਦੀਆਂ ਹਨ? ਜਦੋਂ ਵੀ ਕੋਈ ਲਿਗੈਂਡ ਸੈਂਟਰਲ ਮੈਟਲ ਐਟਮ ਜਾਂ ਆਇਨ ਨੂੰ ਅਪਰੋਚ ਕਰਦਾ ਹੈ ਤਾਂ ਇਸ ਦਾ ਡੀ ਔਰਬਿਟਲ ਦੋ એનર્ਜੀ ਲੈਵਲ ਵਿੱਚ ਡਿਵਾਈਡ ਹੋ ਜਾਂਦਾ ਹੈ, ਇੱਕ ਲੋਅਰ એનર્ਜੀ ਲੈਵਲ, ਇੱਕ ਹਾਈ એનર્ਜੀ ਲੈਵਲ। ਜਦੋਂ ਲੋਅਰ એનર્ਜੀ ਲੈਵਲ ਤੋਂ ਕੋਈ ਇਲੈਕਟ੍ਰੋਨ ਵੇਵਲੈਂਥ ਆਫ ਰੇਡੀਏਸ਼ਨਸ ਐਬਜ਼ੋਰਬ ਕਰਦਾ ਹੈ ਤਾਂ ਉਹ ਹਾਈ એનર્ਜੀ ਲੈਵਲ ਵਿੱਚ ਜੰਪ ਕਰਦਾ ਹੈ, ਤਾਂ ਜਿਹੜੀ ਵੇਵਲੈਂਥ ਆਫ ਲਾਈਟ ਇਸ ਨੇ ਅਬਜ਼ੋਰਬ ਕੀਤੀ ਹੁੰਦੀ ਹੈ ਉਸ ਦੇ ਕੋਰਸਪੌਂਡ ਕਲਰ ਦਿੰਦਾ ਹੈ। ਸੈਂਟਰਲ ਮੈਟਲ ਐਟਮ ਔਰ ਆਇਨ, ਜਿਸ ਤਰ੍ਹਾਂ ਇਸ ਬਾਰੇ ਅਸੀਂ ਪਹਿਲਾਂ ਪੜ੍ਹਿਆ ਹੈ, the atom or ion to which in fixed number of ions or groups are bound is called central atom or ion। ਇਹ ਦੇਖੋ ਰੈੱਡ ਕਲਰ ਵਿੱਚ ਸੈਂਟਰਲ ਮੈਟਲ ਐਟਮ ਜਾਂ ਆਇਨ ਹੈ। What are ligands? Ligands ਕੀ ਹਨ? Ligands are electron donating species such as ions, atoms or molecules bound to the central atom in the coordination entity। ਇਹ ਦੇਖੋ ਇਹ ਗ੍ਰੀਨ ਕਲਰ ਵਿੱਚ ਲਿਗੈਂਡ ਹੈ ਜੋ ਸੈਂਟਰਲ ਮੈਟਲ ਐਟਮ ਨੂੰ ਇਲੈਕਟ੍ਰੋਨ ਡੋਨੇਟ ਕਰੇਗੀ। ਇਹ ਦੇਖੋ ਇਹ ਗ੍ਰੀਨ ਕਲਰ 'ਚ ਲਿਗੈਂਡ, ਰੈੱਡ ਕਲਰ 'ਚ ਮੈਟਲ ਐਟਮ ਆਇਨ ਨੂੰ ਇਲੈਕਟ੍ਰੋਨ ਡੋਨੇਟ ਕਰ ਰਹੀ ਹੈ। ਟਾਈਪਸ ਆਫ ਲਿਗੈਂਡਸ। ਲਿਗੈਂਡਸ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ? ਲਿਗੈਂਡਸ ਆਰ ਕਲਾਸੀਫਾਈਡ ਔਨ ਦੇਅਰ ਬਾਈਂਡਿੰਗ ਸਾਈਟਸ ਵਿਦ ਦਾ ਸੈਂਟਰਲ ਮੈਟਲ ਐਟਮ ਔਰ ਆਇਨ। ਲਿਗੈਂਡਸ ਦੀ ਟਾਈਪ ਉਸ ਦੀ ਬਾਈਂਡਿੰਗ ਸਾਈਟਸ 'ਤੇ ਡਿਪੈਂਡ ਕਰਦੀ ਹੈ ਜਿਸ ਨਾਲ ਉਹ ਸੈਂਟਰਲ ਐਟਮ ਜਾਂ ਆਇਨ ਦੇ ਨਾਲ ਜੁੜਦੀ ਹੈ। ਯੂਨੀਡੈਂਟਲ ਲਿਗੈਂਡਸ। ਯੂਨੀਡੈਂਟਲ ਲਿਗੈਂਡਸ ਜਾਂ ਮੋਨੋਡੈਂਟਲ ਲਿਗੈਂਡਸ ਕੀ ਹੁੰਦੀਆਂ ਹਨ? ਜੇਕਰ ਸਾਡੀ ਲਿਗੈਂਡ ਕੇਵਲ ਇੱਕ ਹੀ ਡੋਨਰ ਐਟਮ ਦੇ ਨਾਲ ਸੈਂਟਰਲ ਮੈਟਲ ਐਟਮ ਜਾਂ ਆਇਨ ਦੇ ਨਾਲ ਬੌਂਡ ਬਣਾਵੇ ਤਾਂ ਉਹ ਯੂਨੀਡੈਂਟਲ ਲਿਗੈਂਡ ਹੋਵੇਗੀ। ਫਾਰ ਐਗਜ਼ਾਮਪਲ ਕਲੋਰਾਈਡ ਆਇਨ, ਵਾਟਰ, ਅਮੋਨੀਆ, ਇਹਨਾਂ ਸਾਰਿਆਂ ਵਿੱਚ ਇੱਕ ਹੀ ਡੋਨਰ ਐਟਮ ਹੈ ਜੋ ਸੈਂਟਰਲ ਮੈਟਲ ਐਟਮ ਦੇ ਨਾਲ ਬੌਂਡ ਬਣਾ ਰਿਹਾ ਹੈ। ਐਗਜ਼ਾਮਪਲਸ ਆਫ ਮੋਨੋਡੈਂਟਲ ਲਿਗੈਂਡਸ, ਕੁਝ ਐਗਜ਼ਾਮਪਲਾਂ ਅਸੀਂ ਪਿੱਛੇ ਕੀਤੀਆਂ ਨੇ। ਇਹਨਾਂ ਤੋਂ ਇਲਾਵਾ ਇਹ ਕੁਝ ਹੋਰ ਮੋਨੋਡੈਂਟਲ ਲਿਗੈਂਡਸ ਦੀਆਂ ਉਦਾਹਰਨਾਂ ਹਨ। ਬਾਈਡੈਂਟਲ ਲਿਗੈਂਡਸ। ਬਾਈਡੈਂਟਲ ਲਿਗੈਂਡਸ ਕੀ ਹੁੰਦੀਆਂ ਹਨ? Ligands that coordinate two donor atoms are known as bidental ligands or didental ligands। देखो फॉर एग्जांपल इथिलीन 1,2-diamine, डाईमिथाइल ग्लाइकोजाइम, ऑक्सलेट आइन, इन्हां सारिਆਂ ਵਿੱਚ ਦੋ ਡੋਨਰ ਐਟਮ ਹਨ, ਇਸ ਲਈ ਇਹ ਬਾਈਡੈਂਟਡ ਲਿਗੈਂਡ ਹਨ। ਐਗਜ਼ਾਮਪਲਸ ਆਫ ਬਾਈਡੈਂਟਲ ਲਿਗੈਂਡਸ। ਇਹਨਾਂ ਤੋਂ ਇਲਾਵਾ ਕੁਝ ਹੋਰ ਐਗਜ਼ਾਮਪਲਸ ਹਨ ਬਾਈਡੈਂਟਲ ਲਿਗੈਂਡ ਦੀਆਂ, ਜਿਸ ਤਰ੍ਹਾਂ ਫਿਨੋਫਥਲੀਨ, ਬਾਈਪਿਰਿਡਿਲ, ਇਹਨਾਂ ਵਿੱਚ ਦੋ ਡੋਨਰ ਐਟਮ ਹਨ। ਪੋਲੀਡੈਂਟਲ ਲਿਗੈਂਡਸ। ਪੋਲੀਡੈਂਟਲ ਲਿਗੈਂਡਸ ਕੀ ਹੁੰਦੀਆਂ ਹਨ? ਲਿਗੈਂਡਸ ਵਿਦ ਸੈਵਰਲ ਡੋਨਰ ਐਟਮਸ ਆਰ ਕਾਲਡ ਪੋਲੀਡੈਂਟਲ ਲਿਗੈਂਡਸ। ਫਾਰ ਐਗਜ਼ਾਮਪਲ EDTA। ਇਹ ਦੇਖੋ EDTA ਵਿੱਚ ਸੈਂਟਰਲ ਮੈਟਲ ਐਟਮ ਦੇ ਨਾਲ 6 ਲਿਗੈਂਡਸ ਬੌਂਡ ਬਣਾ ਰਹੀਆਂ ਹਨ, ਇਸ ਲਈ ਇਹ ਪੋਲੀਡੈਂਟਡ ਲਿਗੈਂਡ ਹੈ। ਐਂਬੀਡੈਂਟਲ ਲਿਗੈਂਡਸ। ਐਂਬੀਡੈਂਟਲ ਲਿਗੈਂਡਸ ਕੀ ਹੁੰਦੀਆਂ ਹਨ? These ligands have different types of potential donor atoms but use only one of them to form a coordinate covalent bond with the metal ion। For example देखो NO2 ਵਿੱਚ ਦੋ ਡੋਨਰ ਐਟਮ ਹੈ, ਜੇਕਰ N ਬੌਂਡ ਬਣਾਵੇ ਸੈਂਟਰ ਮੈਟਲ ਐਟਮ ਦੇ ਨਾਲ ਉਸ ਨੂੰ ਨਾਈਟਰੋ ਕਹਾਂਗੇ, ਜੇਕਰ O ਬੌਂਡ ਬਣਾਵੇ ਸੈਂਟਰ ਮੈਟਲ ਐਟਮ ਨਾਲ ਤਾਂ ਉਸ ਨੂੰ ਨਾਈਟਰਾਈਟੋ ਕਹਾਂਗੇ। ਇਸੇ ਤਰ੍ਹਾਂ ਹੀ SCN ਵਿੱਚ ਵੀ ਦੋ ਹਨ, ਜੇਕਰ S ਦੇ ਥਰੂ ਬੌਂਡ ਬਣਦਾ ਹੈ ਸੈਂਟਰ ਮੈਟਲ ਐਟਮ ਦੇ ਨਾਲ ਥਾਇਓਸਾਈਨੇਟੋ ਬੋਲਾਂਗੇ, ਅਤੇ ਜੇਕਰ
ਐਨ ਦੇ ਨਾਲ ਬੌਂਡ ਬਣਦਾ ਹੈ ਸੈਂਟਰ ਮੈਟਲ ਐਟਮ ਦੇ ਨਾਲ ਤਾਂ ਉਸ ਨੂੰ ਆਈਸੋਥਾਇਓਸਾਇਓਨੇਟੋ ਬੋਲਾਂਗੇ। ਕੋਆਰਡੀਨੇਸ਼ਨ ਸਫੀਅਰ ਕੀ ਹੁੰਦਾ ਹੈ? The center metal atom and the ligands attached to it are collectively termed as the coordination sphere or coordination entity। ਇਹ ਦੇਖੋ ਇਸ ਕੰਪਲੈਕਸ ਵਿੱਚ Fe ਅਤੇ Cn ਦੋਨੋਂ ਮਿਲ ਕੇ ਕੋਆਰਡੀਨੇਸ਼ਨ ਸਫੀਅਰ ਬਣਾਉਣਗੇ ਅਤੇ ਇਸ ਕੋਆਰਡੀਨੇਸ਼ਨ ਸਫੀਅਰ ਨੂੰ ਅਸੀਂ ਸਕੁਏਅਰ ਬ੍ਰੈਕਟ ਵਿੱਚ ਦਰਸਾਉਂਦੇ ਹਾਂ। ਕੋਆਰਡੀਨੇਸ਼ਨ ਨੰਬਰ ਕੀ ਹੁੰਦਾ ਹੈ? ਸਾਡਾ ਜੋ ਸੈਂਟਰ ਮੈਟਲ ਐਟਮ ਹੈ ਉਹ ਕਿੰਨੀਆਂ ਲਿਗੈਂਡ ਨਾਲ ਜੁੜਦਾ ਹੈ ਉਹ ਉਸ ਦਾ ਕੋਆਰਡੀਨੇਸ਼ਨ ਨੰਬਰ ਹੁੰਦਾ ਹੈ। ਜਿਸ ਤਰ੍ਹਾਂ ਇਹ ਸਾਡਾ ਰੈੱਡ ਕਲਰ ਵਿੱਚ ਸੈਂਟਰ ਮੈਟਲ ਐਟਮ 6 ਲਿਗੈਂਡ ਨਾਲ ਜੁੜਿਆ ਹੈ, ਇਸ ਨਾਲ ਇਸ ਦਾ ਕੋਆਰਡੀਨੇਸ਼ਨ ਨੰਬਰ 6 ਹੋਵੇਗਾ। ਜਿਸ ਤਰ੍ਹਾਂ ਇਹ ਦੇਖੋ ਸਾਡਾ Ag 2 NH3 ਨਾਲ ਜੁੜਿਆ, ਇਸ ਲਈ ਇਸ ਦਾ ਕੋਆਰਡੀਨੇਸ਼ਨ ਨੰਬਰ 2 ਹੋਵੇਗਾ। ਇਸੇ ਤਰ੍ਹਾਂ ਹੀ ਇਸ ਕੰਪਲੈਕਸ ਵਿੱਚ Ni 4 NH3 ਨਾਲ ਜੋੜਿਆ ਹੈ, ਇਸ ਲਈ ਇਸ ਦਾ ਕੋਆਰਡੀਨੇਸ਼ਨ ਨੰਬਰ 4 ਹੋਵੇਗਾ। ਇਸੇ ਤਰ੍ਹਾਂ ਹੀ ਇਹ ਇੱਕ ਬਾਈਡੈਂਟ ਲਿਗੈਂਡ ਹੈ, ਇਸ ਵਿੱਚ ਇਸ ਦਾ ਕੋਆਰਡੀਨੇਸ਼ਨ ਨੰਬਰ 4 ਹੋਵੇਗਾ। ਆਕਸੀਡੇਸ਼ਨ ਨੰਬਰ ਕੀ ਹੁੰਦਾ ਹੈ? The oxidation number of the center metal atom in the complex is defined as the electric charge it would carry if all the ligands were removed along with the electron pair. Oxidation number is represented by a Roman numeral in the parenthesis after the name of the center metal. Free ions or counter ions ਇਹ ਕੀ ਹੁੰਦੇ ਹਨ? The ions outside the square bracket are bonded to the metal ion or merely present as the free solvent molecules। ਸਾਡੇ ਕੋਆਰਡੀਨੇਸ਼ਨ ਕੰਪਲੈਕਸ ਜੋ ਕੋਆਰਡੀਨੇਸ਼ਨ ਸਫੀਅਰ ਹੁੰਦਾ ਹੈ ਉਸ ਦੇ ਬਾਹਰ ਜੋ ਪੋਜ਼ੀਟਿਵ ਅਤੇ ਨੈਗੇਟਿਵ ਆਇਨਸ ਹੁੰਦੇ ਹਨ ਉਹਨਾਂ ਨੂੰ ਅਸੀਂ ਫ੍ਰੀ ਆਇਨਸ ਜਾਂ ਕਾਊਂਟਰ ਆਇਨਸ ਕਹਿੰਦੇ ਹਾਂ। ਇਹ ਦੇਖੋ ਇੱਕ ਕੋਆਰਡੀਨੇਸ਼ਨ ਕੰਪਾਊਂਡ ਨੂੰ ਲੇਬਲ ਕੀਤਾ ਹੋਇਆ ਹੈ, ਇਸ ਵਿੱਚ K4 ਕਾਊਂਟਰ ਆਇਨਸ ਹਨ, Fe ਸੈਂਟਰ ਮੈਟਲ ਐਟਮ ਹੈ, Cn ਲਿਗੈਂਡਸ ਹਨ। ਕਿਉਂਕਿ ਲਿਗੈਂਡ 6 ਹਨ ਇਸ ਲਈ ਇਸ ਦਾ ਕੋਆਰਡੀਨੇਸ਼ਨ ਨੰਬਰ 6 ਹੈ ਅਤੇ ਸਕੁਏਅਰ ਬ੍ਰੈਕਟ ਵਿੱਚ ਕੋਆਰਡੀਨੇਸ਼ਨ ਸਫੀਅਰ ਦਰਸਾਇਆ ਗਿਆ ਹੈ। ਨੇਮਿੰਗ ਕੋਆਰਡੀਨੇਸ਼ਨ ਕੰਪਾਊਂਡਸ IUPAC ਰੂਲਸ। ਆਓ ਹੁਣ ਅਸੀਂ ਆਪਣੇ ਮੇਨ ਟੌਪਿਕ IUPAC nomenclature of coordination compounds ਬਾਰੇ ਪੜ੍ਹਦੇ ਹਾਂ। There are certain rules that have been developed for naming coordination compounds। coordination compound ਦੇ IUPAC ਨੇਮ ਲਿਖਣ ਲਈ ਕੁਝ ਰੂਲ ਡਿਸਾਈਡ ਕੀਤੇ ਗਏ ਹਨ। ਇਹ ਰੂਲ ਕੀ ਹਨ? ਰੂਲ ਫਸਟ, to name a coordination compound, no matter whether the complex ion is the cation or the anion, always name the cation before the anion। ਕਿਸੇ ਵੀ ਕੋਆਰਡੀਨੇਸ਼ਨ ਕੰਪਲੈਕਸ ਜਾਂ ਕੰਪਾਊਂਡ ਵਿੱਚ ਭਾਵੇਂ ਉਹ ਐਨਾਇਨਿਕ ਕੰਪਲੈਕਸ ਹੋਵੇ ਭਾਵੇਂ ਉਹ ਕਟਾਇਨਿਕ ਕੰਪਲੈਕਸ ਹੋਵੇ, ਹਮੇਸ਼ਾ ਕਟਾਇਨ ਦਾ ਨਾਮ ਪਹਿਲਾਂ ਲਿਖਿਆ ਜਾਂਦਾ ਹੈ ਐਨਾਇਨ ਤੋਂ। ਰੂਲ ਸੈਕੰਡ, name the ligands first in alphabetical order then the metal atom or ion। ਲਿਗੈਂਡ ਦਾ ਨਾਮ ਸੈਂਟਰ ਮੈਟਲ ਐਟਮ ਤੋਂ ਪਹਿਲਾਂ ਲਿਖਿਆ ਜਾਂਦਾ ਹੈ। ਰੂਲ ਥਰਡ, ligands are listed in the following order: neutral ligands, negative ligands and positive ligands। ligands with the same charge are listed in alphabetical order। ligands ਨੂੰ ਅਸੀਂ ਹੇਠ ਲਿਖੇ ਆਰਡਰ ਅਨੁਸਾਰ ਲਿਖਾਂਗੇ। ਸਭ ਤੋਂ ਪਹਿਲਾਂ ਨਿਊਟਰਲ ਲਿਗੈਂਡਸ, ਫਿਰ ਨੈਗੇਟਿਵ ਲਿਗੈਂਡਸ ਅਤੇ ਫਿਰ ਪੋਜ਼ੀਟਿਵ ਲਿਗੈਂਡਸ। ਜੇਕਰ ਦੋ ਲਿਗੈਂਡਸ ਇੱਕ ਹੀ ਚਾਰਜ ਦੀਆਂ ਆ ਜਾਂਦੀਆਂ ਹਨ ਤਾਂ ਉਹਨਾਂ ਨੂੰ ਅਸੀਂ ਐਲਫਾਬੈਟੀਕਲ ਆਰਡਰ ਵਿੱਚ ਲਿਖਾਂਗੇ। ਰੂਲ ਫੋਰਥ, if more than one ligand is present in the species then the ligands are
named in alphabetical order regardless of the number of each। ਜਿਸ ਤਰ੍ਹਾਂ ਪਹਿਲਾਂ ਦੱਸਿਆ, ਜਦੋਂ ਵੀ ਇੱਕ ਤੋਂ ਜ਼ਿਆਦਾ ਲਿਗਨ ਆਉਂਦੀਆਂ ਹਨ ਤਾਂ ਅਸੀਂ ਉਹਨਾਂ ਨੂੰ ਐਲਫਾਬੈਟੀਕਲ ਆਰਡਰ ਵਿੱਚ ਲਿਖਣਾ ਹੈ, ਭਾਵੇਂ ਉਹਨਾਂ ਦਾ ਜਿੰਨਾ ਮਰਜ਼ੀ ਨੰਬਰ ਹੋਵੇ। ਫਾਰ ਐਗਜ਼ਾਮਪਲ NH3 ਇਸ ਨੂੰ ਐਮਨੀ ਲਿਖਦੇ ਹਨ, ਕਲੋਰੀਨ ਨੂੰ ਕਲੋਰੋ ਲਿਖਿਆ ਜਾਂਦਾ ਹੈ। ਐਲਫਾਬੈਟੀਕਲੀ A ਪਹਿਲਾਂ ਆਉਂਦਾ ਹੈ C ਤੋਂ, ਇਸ ਲਈ ਐਮਨੀ ਨੂੰ ਕਲੋਰੋ ਤੋਂ ਪਹਿਲਾਂ ਲਿਖਿਆ ਜਾਵੇਗਾ। ਰੂਲ 5th, ligands names generally end with O if the ligand is negative। For example, chlorido for Cl। ਜੇਕਰ ਲਿਗਨ ਨੈਗੇਟਿਵ ਹੈ ਤਾਂ ਉਸ ਦੇ ਐਂਡ ਵਿੱਚ O ਜੋੜਿਆ ਜਾਂਦਾ ਹੈ। ਜਿਸ ਤਰ੍ਹਾਂ ਕਲੋਰੀਨ ਇੱਕ ਨੈਗੇਟਿਵ ਲਿਗਨ ਹੈ, ਇਸ ਦੇ ਐਂਡ ਵਿੱਚ O ਜੋੜਨ ਨਾਲ ਕਲੋਰਾਈਡੋ ਬਣ ਗਿਆ ਹੈ। ਇਸੇ ਤਰ੍ਹਾਂ ਹੀ CN ਇੱਕ ਨੈਗੇਟਿਵ ਲਿਗਨ ਹੈ, ਇਸ ਦੇ ਐਂਡ ਵਿੱਚ O ਜੋੜਨ ਨਾਲ ਸਾਇਨਾਈਡੋ ਬਣ ਗਿਆ ਹੈ। H ਵਾਸਤੇ ਹਾਈਡਰੋ, ਪਰ ਜੇਕਰ ਲਿਗਨ ਨਿਊਟਰਲ ਹੈ ਤਾਂ ਉਸ ਨੂੰ ਐਜ਼ ਸੱਚ ਹੀ ਲਿਖਿਆ ਜਾਵੇਗਾ। ਫਾਰ ਐਗਜ਼ਾਮਪਲ ਮਿਥਾਮੀਨ ਫਾਰ MEnH2। ਰੂਲ 6th, special ligand names are aqua for water, amni for ammonia, carbonyl for CO, nitrosyl for NO। ਕੁਝ ਲਿਗਨ ਸਪੈਸ਼ਲ ਹੁੰਦੀਆਂ ਹਨ ਅਤੇ ਉਹਨਾਂ ਦਾ ਨਾਮ ਵੀ ਅਲੱਗ ਲਿਖਿਆ ਜਾਂਦਾ ਹੈ। ਜਿਸ ਤਰ੍ਹਾਂ ਵਾਟਰ ਨੂੰ ਐਕਵਾ ਲਿਖਿਆ ਜਾਂਦਾ ਹੈ, ਅਮੋਨੀਆ ਨੂੰ ਐਮਨੀ ਲਿਖਿਆ ਜਾਂਦਾ ਹੈ, CO ਨੂੰ ਕਾਰਬੋਨਲ ਲਿਖਿਆ ਜਾਂਦਾ ਹੈ ਅਤੇ NO ਨੂੰ ਨਾਈਟ੍ਰੋਸਲ ਲਿਖਿਆ ਜਾਂਦਾ ਹੈ। ਇਹ ਕੁਝ ਲਿਗਨਸ ਦੇ ਨੇਮ ਹਨ ਜੋ ਅਸੀਂ ਪੜ੍ਹੇ ਹਨ। ਰੂਲ 7th, Greek prefixes are used to designate the number of each type of ligand in the complex I। ਲਿਗਨ ਦਾ ਨੰਬਰ ਦਰਸਾਉਣ ਲਈ ਅਸੀਂ ਗ੍ਰੀਕ ਵਰਡ ਦੀ ਉਪਯੋਗ ਕਰਾਂਗੇ। ਫਾਰ ਐਗਜ਼ਾਮਪਲ ਜੇ 2 ਲਿਗਨ ਹਨ ਤਾਂ ਡਾਈ ਲਿਖਾਂਗੇ, ਜੇ 3 ਹਨ ਤਾਂ ਟਰਾਈ ਲਿਖਾਂਗੇ, ਜੇ 4 ਹਨ ਟੈਟਰਾ। ਰੂਲ 8th, if the ligand already contains a Greek prefix, for example ethylene diamine, or if it is polydental ligand, that is can attach at more than one binding site, the prefixes bis, tris, tetrakis, pentakis are used। ਜੇਕਰ ਸਾਡੀ ਲਿਗਨ ਵਿੱਚ ਗ੍ਰੀਕ ਪ੍ਰੀਫਿਕਸਿਸ ਪਹਿਲਾਂ ਤੋਂ ਮੌਜੂਦ ਹਨ, ਜਿਸ ਤਰ੍ਹਾਂ ਇਥਿਲੀਨ ਡਾਈਮੀਨ ਵਿੱਚ ਡਾਈ ਪਹਿਲਾਂ ਤੋਂ ਮੌਜੂਦ ਹੈ, ਤਾਂ ਇਸ ਕੇਸ ਵਿੱਚ ਅਸੀਂ ਬਿਸ, ਟ੍ਰਿਸ, ਟੈਟਰਾਕਿਸ ਐਕਸੈਟਰਾ ਪ੍ਰੀਫਿਕਸਿਸ ਯੂਜ਼ ਕਰਾਂਗੇ। ਇਹ ਦੇਖੋ ਕੁਝ ਪ੍ਰੀਫਿਕਸਿਸ ਦਰਸਾਏ ਗਏ ਹਨ। 1 ਲਈ ਮੋਨੋ, 2 ਲਈ ਟਾਈ ਜਾਂ ਬੇਸ, ਜੇ 3 ਹੋਣ ਟਰਾਈ ਜਾਂ ਟ੍ਰਿਸ, 4 ਹੋਣ ਟੈਟਰਾ ਜਾਂ ਟੈਟਰਾਕਿਸ ਐਕਸੈਟਰਾ। ਰੂਲ 9th, a Roman numeral or a 0 in parenthesis is used to indicate the oxidation number of the central metal atom or ion। ਜਦੋਂ ਵੀ ਅਸੀਂ ਸੈਂਟਰ ਮੈਟਲ ਐਟਮ ਜਾਂ ਆਇਨ ਦਾ ਆਕਸੀਡੇਸ਼ਨ ਨੰਬਰ ਲਿਖਣਾ ਹੈ ਤਾਂ ਉਸ ਨੂੰ ਅਸੀਂ ਰੋਮਨ ਨੰਬਰ ਵਿੱਚ ਲਿਖਣਾ ਹੈ। ਰੂਲ 10th, if the complex ion is negative, the name of the metal ends in ate। For example ferrate, cuprate, nickelate, cobaltate etc। ਜੇਕਰ ਸਾਡਾ ਕੰਪਲੈਕਸ ਆਇਨ ਨੈਗੇਟਿਵ ਹੈ ਤਾਂ ਉਸ ਕੰਪਲੈਕਸ ਆਇਨ ਦੇ ਨਾਮ ਦੇ ਐਂਡ ਵਿੱਚ 8 ਜੋੜਿਆ ਜਾਵੇਗਾ। ਜਿਸ ਤਰ੍ਹਾਂ ਆਇਰਨ ਦੇ ਨਾਮ ਪਿੱਛੇ 8 ਜੋੜਨ ਨਾਲ ਫੈਰੇਟ ਬਣਿਆ, ਕਾਪਰ ਦੇ ਐਂਡ ਵਿੱਚ 8 ਜੋੜਨ ਨਾਲ ਕਿਊਪਰੇਟ ਬਣਿਆ, ਨਿਕਲ ਦੇ ਨਾਮ ਦੇ ਐਂਡ ਵਿੱਚ 8 ਜੋੜਨ ਨਾਲ ਨਿਕਲੇਟ ਬਣਿਆ ਅਤੇ ਇਸੇ ਤਰ੍ਹਾਂ ਹੀ ਕੋਬਾਲਟ ਦੇ ਨਾਮ ਦੇ ਐਂਡ ਵਿੱਚ 8 ਜੋੜਨ ਨਾਲ ਕੋਬਾਲਟੇਟ ਬਣ ਗਿਆ। ਆਓ ਬੱਚਿਓ, ਹੁਣ ਅਸੀਂ ਇਹਨਾਂ ਰੂਲਸ ਦੀ ਮਦਦ ਨਾਲ ਇਸ ਕੋਆਰਡੀਨੇਸ਼ਨ ਕੰਪਾਊਂਡ ਦਾ IUPAC ਨੇਮ ਲਿਖਾਂਗੇ। ਇਸ ਕੋਆਰਡੀਨੇਸ਼ਨ ਕੰਪਾਊਂਡ ਵਿੱਚ
ਦੋ ਪ੍ਰਕਾਰ ਦੀਆਂ ਲਿਗੈਂਡਸ ਹਨ, ਅਮੋਨੀਆ ਅਤੇ ਕਲੋਰੀਨ। ਅਤੇ ਇਸ ਵਿੱਚ ਜੋ ਪਲਾਟੀਨਮ ਹੈ ਉਹ ਸੈਂਟਰਲ ਮੈਟਲ ਐਟਮ ਹੈ। ਅਮੋਨੀਆ ਨੂੰ ਅਸੀਂ ਐਮਨੀ ਲਿਖਦੇ ਹਾਂ ਅਤੇ ਇਸ ਦਾ ਨੰਬਰ 2 ਹੈ, ਇਸ ਲਈ ਇਸ ਦਾ ਨਾਮ ਆਏਗਾ ਡਾਈ ਐਮਨੀ। ਇਸ ਤਰ੍ਹਾਂ ਕਲੋਰੀਨ ਨੂੰ ਅਸੀਂ ਕਲੋਰੋ ਲਿਖਦੇ ਹਾਂ, ਅਸੀਂ ਇਸ ਦਾ ਨੰਬਰ 4 ਹੈ, ਇਸ ਦਾ ਨਾਮ ਆਏਗਾ ਟੈਟਰਾ ਕਲੋਰੋ। ਅਤੇ ਇਹਨਾਂ ਨੂੰ ਅਸੀਂ ਇਸ ਆਰਡਰ ਵਿੱਚ ਲਿਖਾਂਗੇ, ਨਿਊਟਰਲ ਲਿਗੈਂਡ ਪਹਿਲਾਂ NH3 ਅਤੇ ਨਾਈਟ੍ਰਲ ਲਿਗੈਂਡ ਬਾਅਦ 'ਚ Cl ਨੈਗੇਟਿਵ। ਹੁਣ ਇਸ ਪਲਾਟੀਨਮ ਉੱਪਰ ਕਿੰਨਾ ਚਾਰਜ ਹੈ? ਟੋਟਲ ਨੈਗੇਟਿਵ ਚਾਰਜ ਇਸ ਉੱਪਰ -4 ਹੈ, ਦੇਅਰਫੋਰ ਟੋਟਲ ਪੋਜ਼ੀਟਿਵ ਚਾਰਜ +4 ਹੋਵੇਗਾ, ਜੋ ਇਸ ਦੀ ਆਕਸੀਡੇਸ਼ਨ ਸਟੇਟ ਹੋਵੇਗੀ। ਇਸ ਦਾ ਨਾਮ ਹੋਏਗਾ ਡਾਈ ਐਮਨੀ ਟੈਟਰਾ ਕਲੋਰੋ ਪਲਾਟੀਨਮ 4। ਆਓ ਬੱਚਿਓ, ਹੁਣ ਅਸੀਂ ਇਹਨਾਂ ਰੂਲਸ ਦੀ ਮਦਦ ਨਾਲ ਇਸ ਕੋਆਰਡੀਨੇਸ਼ਨ ਕੰਪਾਊਂਡ ਦਾ IUPAC ਨੇਮ ਲਿਖਾਂਗੇ। ਇਸ ਲਈ ਸਾਨੂੰ 4 ਆਪਸ਼ਨ ਦਿੱਤੀਆਂ ਹੋਈਆਂ ਹਨ। ਇਹਨਾਂ ਵਿੱਚੋਂ ਇਸ ਦੇ IUPAC ਨੇਮ ਲਈ ਇੱਕ ਆਪਸ਼ਨ ਕਰੈਕਟ ਹੈ। ਆਓ ਪਤਾ ਕਰੀਏ ਉਹ ਕਿਹੜੀ ਹੈ। ਇਸ ਕੋਆਰਡੀਨੇਸ਼ਨ ਕੰਪਾਊਂਡ ਵਿੱਚ K ਪੋਜ਼ੀਟਿਵ 3 ਕਾਊਂਟਰ ਆਇਨ ਹਨ। ਨੰਬਰ ਆਫ ਕਾਰਬਨ ਲਿਗੈਂਡ 1 ਹੈ, ਨੰਬਰ ਆਫ ਸਾਈਨੋ ਲਿਗੈਂਡ 5 ਹਨ। ਓਵਰਆਲ ਨੈਗੇਟਿਵ ਚਾਰਜ ਔਨ ਕੰਪਲੈਕਸ ਆਇਨ -3 ਹੈ, ਦੇਅਰਫੋਰ ਆਕਸੀਡੇਸ਼ਨ ਸਟੇਟ ਆਫ Fe+2 ਹੋਵੇਗੀ। ਸਭ ਤੋਂ ਪਹਿਲਾਂ ਅਸੀਂ ਕੈਟਾਇਨ ਦਾ ਨਾਮ ਲਿਖਾਂਗੇ ਜੋ ਪੋਟਾਸ਼ੀਅਮ ਹੈ। ਇਸ ਤੋਂ ਬਾਅਦ ਲਿਗੈਂਡ ਦਾ ਨਾਮ ਆਵੇਗਾ ਜੋ ਰੂਲ 2 ਦੇ ਅਕੋਰਡਿੰਗ ਹੋਵੇਗਾ। ਸਭ ਤੋਂ ਪਹਿਲਾਂ ਕਾਰਬਨ ਲਿਗੈਂਡ ਆਏਗੀ, ਫਿਰ ਸਾਈਨੋ। ਉਸ ਤੋਂ ਬਾਅਦ ਅਸੀਂ ਪ੍ਰੀਫਿਕਸ ਪੈਂਟਾ ਯੂਜ਼ ਕਰਾਂਗੇ ਸਾਈਨੋ ਲਈ, ਅਤੇ ਇਸ ਤੋਂ ਬਾਅਦ Fe ਦੀ ਆਕਸੀਜਨ ਸਟੇਟ ਜੋ +2 ਹੈ, ਕਿਉਂਕਿ ਇਹ ਨੈਗੇਟਿਵ ਆਇਨ ਹੈ ਇਸ ਲਈ ਫੈਰੇਟ ਆਏਗਾ। ਇਸ ਦਾ ਨਾਮ ਬਣੇਗਾ ਪੋਟਾਸ਼ੀਅਮ ਕਾਰਬੋਨਿਲ ਪੈਂਟਾ ਸਾਈਨੋ ਫੈਰੇਟ 2। ਆਓ ਬੱਚਿਓ, ਹੁਣ ਅਸੀਂ ਇਸ ਕੋਆਰਡੀਨੇਸ਼ਨ ਕੰਪਾਊਂਡ ਦਾ IUPAC ਨੇਮ ਲਿਖਦੇ ਹਾਂ। ਇਸ ਵਿੱਚ ਕੰਪਲੈਕਸ ਆਇਨ ਕੈਟਾਇਨ ਹੈ, ਕਾਊਂਟਰ ਐਨਾਇਨ 3 ਬ੍ਰੋਮਾਈਡ ਆਇਨ ਹਨ, NH3 ਨਿਊਟਰਲ ਲਿਗੈਂਡ ਹੈ, Cl ਨੈਗੇਟਿਵ ਲਿਗੈਂਡ ਹੈ। ਇਸ ਲਈ ਪਲਾਟੀਨਮ ਦੀ ਆਕਸੀਡੇਸ਼ਨ ਸਟੇਟ +4 ਹੋਵੇਗੀ। ਇਸ ਤਰ੍ਹਾਂ ਇਸ ਦਾ ਨਾਮ ਹੋਏਗਾ ਪੈਂਟਾ ਐਮਨੀ ਕਲੋਰੋ ਪਲਾਟੀਨਮ 4 bromide। ਲੈਟਸ ਟੇਕ ਅਨਦਰ ਐਗਜ਼ਾਮਪਲ K3FeCN6। ਇਸ ਵਿੱਚ ਕਾਊਂਟਰ ਆਇਨ K3 ਆਇਨ ਹਨ, Cn ਐਜ਼ ਏ ਲਿਗੈਂਡ ਹੈ ਜਿਸ ਦਾ ਨੰਬਰ 6 ਹੈ। ਇਸ ਵਿੱਚ Fe ਉੱਪਰ -3 ਚਾਰਜ ਹੈ, ਇਸ ਲਈ ਉਸ ਦੀ ਆਕਸੀਡੇਸ਼ਨ ਸਟੇਟ -3 ਹੋਵੇਗੀ। ਇਸ ਦਾ ਨਾਮ ਬਣੇਗਾ ਪੋਟਾਸ਼ੀਅਮ ਹੈਗਜ਼ਾਸਾਈਨੋ ਫੈਰੇਟ 3। ਫੈਰੇਟ ਕਿਉਂ ਲਿਖਿਆ? ਕਿਉਂਕਿ FeO ਹੈ ਉਸ ਉੱਪਰ ਨੈਗੇਟਿਵ ਚਾਰਜ ਹੈ, ਇਸ ਲਈ ਅਸੀਂ ਉਸ ਨੂੰ ਫੈਰੇਟ ਲਿਖਾਂਗੇ ਅਤੇ ਰੋਮਨ ਨੰਬਰ ਵਿੱਚ ਉਸ ਦੀ ਆਕਸੀਜਨ ਸਟੇਟ ਲਿਖਾਂਗੇ। ਰੀਕੈਪਚੁਲੇਸ਼ਨ। ਆਓ ਬੱਚਿਓ, ਜੋ ਰੂਲ ਅਸੀਂ ਹੁਣ ਪੜ੍ਹੇ ਹਨ ਉਹਨਾਂ ਨੂੰ ਇੱਕ ਵਾਰੀ ਰਿਵਾਈਜ਼ ਕਰੀਏ। ਸਭ ਤੋਂ ਪਹਿਲਾਂ ਰਾਈਟ ਦਾ ਨੇਮ ਆਫ ਕੈਟਾਇਨ। ਕੈਟਾਇਨ ਦਾ ਨਾਮ ਸਭ ਤੋਂ ਪਹਿਲਾਂ ਲਿਖਿਆ ਜਾਂਦਾ ਹੈ। ਰਾਈਟ ਦਾ ਨੇਮ ਆਫ ਲਿਗੈਂਡਸ, ਦੂਸਰੇ ਨੰਬਰ 'ਤੇ ਲਿਗੈਂਡ ਦਾ ਨਾਮ ਲਿਖਿਆ ਜਾਂਦਾ ਹੈ। ਥਰਡ, ਰਾਈਟ ਦਾ ਨੇਮ ਆਫ ਸੈਂਟਰਲ ਮੈਟਲ ਐਟਮ ਔਰ ਆਇਨ, ਫਿਰ ਸੈਂਟਰਲ ਮੈਟਲ ਐਟਮ ਦਾ ਨਾਮ ਲਿਖਿਆ ਜਾਂਦਾ ਹੈ। ਫੋਰਥ, ਰਾਈਟ ਦਾ ਆਕਸੀਜਨ ਸਟੇਟ ਆਫ ਸੈਂਟਰਲ ਮੈਟਲ ਐਟਮ ਔਰ ਆਇਨ, ਫਿਰ ਸੈਂਟਰਲ ਮੈਟਲ ਐਟਮ ਦੀ ਆਕਸੀਜਨ ਸਟੇਟ ਲਿਖੀ ਜਾਂਦੀ ਹੈ ਜੋ ਰੋਮਨ ਨੰਬਰ ਵਿੱਚ ਲਿਖੀ ਜਾਂਦੀ ਹੈ। ਫਿਫਥ, ਰਾਈਟ ਦਾ ਨੇਮ ਆਫ ਐਨਾਇਨ, ਜੋ ਕਾਊਂਟਰ ਐਨਾਇਨ ਹਨ ਸਭ ਤੋਂ ਲਾਸਟ, ਉਹਨਾਂ ਦਾ ਨਾਮ ਲਿਖਿਆ ਜਾਂਦਾ ਹੈ। ਬੱਚਿਓ, ਤੁਹਾਡੀ ਪ੍ਰੈਕਟਿਸ ਲਈ ਕੁਝ ਕੋਆਰਡੀਨੇਸ਼ਨ ਕੰਪਾਊਂਡਸ ਦਿੱਤੇ ਗਏ ਹਨ ਜਿਨ੍ਹਾਂ ਦੇ ਤੁਸੀਂ IUPAC ਨੇਮ ਲਿਖਣੇ ਹਨ। ਫਸਟ ਹੈ
FeNH36 NO3 थ्राइस। सेकंड है NH42 CuCl4। थर्ड है Na3 FeCl1 CN5। फोर्थ है K3COF6। ਇਹ ਕੁਝ ਹੋਰ ਕੋਆਰਡੀਨੇਸ਼ਨ ਕੰਪਾਊਂਡ ਹਨ ਜਿਨ੍ਹਾਂ ਦਾ ਤੁਸੀਂ IUPAC ਨੇਮ ਲਿਖਣੇ ਹਨ। ਫਿਫਥ ਹੈ COBrNH35SO4। ਸਿਕਸਥ ਹੈ FeNH36 CrCN6। ਸੈਵਨਥ ਹੈ COSO4 NH35 होल पॉजिटिव। एट्थ है FeOH H2O5 होल 2 पॉजिटिव। ਬੱਚਿਓ ਮੈਂ ਆਸ ਕਰਦਾ ਹਾਂ ਮੈਂ ਤੁਹਾਨੂੰ IUPAC ਨੋਮਨਕਲੇਚਰ ਆਫ ਕੋਆਰਡੀਨੇਸ਼ਨ ਕੰਪਾਊਂਡਸ ਸਮਝਾਉਣ ਵਿੱਚ ਸਫਲ ਹੋਇਆ ਹਾਂ। ਤੁਸੀਂ ਜਿੰਨੀ ਪ੍ਰੈਕਟਿਸ ਕਰੋਗੇ ਇਹਨਾਂ ਦੇ IUPAC ਨੇਮ ਲਿਖਣ ਦੀ ਓਨੀ ਆਸਾਨੀ ਨਾਲ ਤੁਸੀਂ ਇਹਨਾਂ ਦੇ IUPAC ਨੇਮ ਲਿਖ ਸਕਦੇ ਹੋ। ਸੋ ਥੈਂਕਸ ਫਾਰ ਵਾਚਿੰਗ ਮਾਈ ਵੀਡੀਓ।